ਗੁੱਡ ਆਫਟਰਨੂਨ ਸਟੂਡੈਂਟਸ। ਆਪਾਂ ਕਰ ਰਹੇ ਸੀਗੇ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986। ਤਾਂ ਅੱਜ ਆਪਾਂ ਕਰਨਾ ਹੈ ਰੀਓਰੈਂਟਿੰਗ ਦਾ ਕੰਟੈਂਟ ਐਂਡ ਪ੍ਰੋਸੈਸ ਆਫ ਐਜੂਕੇਸ਼ਨ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਕਲਚਰਲ ਕੰਟੈਂਟ, ਕਿ ਇਸ ਦੇ ਵਿੱਚ ਕੀ ਹੈ ਕਿ ਜਿਹੜਾ ਸਾਡਾ ਵਿੱਦਿਅਕ ਜਿਹੜਾ ਸਾਡਾ ਕਰੀਕੁਲਮ ਹੈ ਉਸ ਦਾ ਸਾਡੇ ਦੇਸ਼ ਦੇ ਸੱਭਿਆਚਾਰ ਨਾਲ ਜਿਹੜਾ ਸੰਬੰਧ ਹੈ ਉਹ ਹੋਣਾ ਚਾਹੀਦਾ ਹੈ। ਤਾਂ ਆਧੁਨਿਕ ਜਿਹੜਾ ਟੈਕਨੋਲੋਜੀ ਦੁਆਰਾ ਭਾਰਤ ਦੇ ਇਤਿਹਾਸ ਅਤੇ ਸੱਭਿਆਚਾਰ ਦੇ ਰਾਹ ਦੀ ਰੁਕਾਵਟ ਨੂੰ ਹਰ ਪੱਧਰ 'ਤੇ ਖਤਮ ਕੀਤਾ ਜਾਣਾ ਜ਼ਰੂਰੀ ਹੈ। ਸਿੱਖਿਆ ਨੂੰ ਅਜਿਹੀ ਕੜੀ ਰੂਪ ਵਿੱਚ ਜਿਹੜਾ ਵਿਕਸਿਤ ਕੀਤਾ ਜਾਵੇ ਤਾਂ ਕਿ ਸਾਡਾ ਆਧੁਨਿਕ ਟੈਕਨੋਲੋਜੀ ਅਤੇ ਦੇਸ਼ ਦਾ ਜਿਹੜਾ ਸੱਭਿਆਚਾਰ ਹੈ ਦੋਨੇ ਜਿਹੜੇ ਕਾਇਮ ਨੇ ਉਹ ਰਹਿ ਸਕਣ। ਨੈਕਸਟ ਹੈ ਕਦਰਾਂ ਕੀਮਤਾਂ ਆਧਾਰਿਤ ਐਜੂਕੇਸ਼ਨ। ਐਜੂਕੇਸ਼ਨ ਹੈ ਜਿਹੜੀ ਉਸ ਦੇ ਵਿੱਚ ਸਾਡੀਆਂ ਜਿਹੜੀਆਂ ਕਦਰਾਂ ਕੀਮਤਾਂ ਨੇ, ਨੈਤਿਕ ਕਦਰਾਂ ਕੀਮਤਾਂ ਨੇ, ਉਹਨਾਂ ਦੀ ਸਿੱਖਿਆ ਸਾਨੂੰ ਉਹਨਾਂ ਦੇ ਵਿੱਚ ਮਿਲਣੀ ਚਾਹੀਦੀ ਹੈ। ਨੈਕਸਟ ਹੈ ਲੈਂਗੁਏਜ। ਲੈਂਗੁਏਜ ਦੇ ਵਿੱਚ ਕੀ ਹੈ ਕਿ ਜਿਹੜਾ 3 ਲੈਂਗੁਏਜ ਫਾਰਮੂਲਾ, ਜਿਸ ਦੇ ਵਿੱਚ ਕੀ ਹੈ ਸਾਡੀ ਮਾਤ ਭਾਸ਼ਾ, ਸਾਡੀ ਖੇਤਰੀ ਭਾਸ਼ਾ, ਸਾਡੀ ਨੈਸ਼ਨਲ ਲੈਂਗੁਏਜ, ਸਾਡੀ ਇੰਟਰਨੈਸ਼ਨਲ ਲੈਂਗੁਏਜ, ਅਤੇ ਇਸ ਤੋਂ ਇਲਾਵਾ ਅਨੇਕਾਂ ਹੋਰ ਭਾਸ਼ਾਵਾਂ ਦਾ ਗਿਆਨ ਹੈ ਜਿਹੜਾ ਉਹ ਐਜੂਕੇਸ਼ਨ ਦੇ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ। ਨੈਕਸਟ ਹੈ ਗੁਣਾਤਮਕ ਜਿਹੜੀਆਂ ਪੁਸਤਕਾਂ ਦੀ ਉਪਲਬਧਤਾ, ਕਿ ਜਿਹੜੀਆਂ ਤੁਹਾਡੀਆਂ ਬੁੱਕਸ ਨੇਗੀਆਂ ਉਹਨਾਂ ਦੀ ਕੁਆਲਿਟੀ ਜਿਹੜੀ ਵਧੀਆ ਹੋਣੀ ਚਾਹੀਦੀ ਹੈ ਤਾਂ ਕਿ ਉਹਨਾਂ ਦੀ ਜਿਹੜੀ ਕੀਮਤ ਹੈ ਉਹ ਘੱਟ ਹੋਵੇ, ਵਿਅਕਤੀ ਹਰ ਇੱਕ ਵਿਦਿਆਰਥੀ ਉਹਨੂੰ ਖਰੀਦ ਸਕੇ, ਪਰ ਉਸ ਦੇ ਵਿੱਚ ਜਿਹੜੀ ਐਜੂਕੇਸ਼ਨ ਹੈ ਉਹ ਕੁਆਲਿਟੀ ਦੀ ਹੋਵੇ। ਉਸ ਤੋਂ ਅੱਗੇ ਹੈਗਾ ਇੰਪਰੂਵਮੈਂਟ ਇਨ ਜਿਹੜੀਆਂ ਮਤਲਬ ਕਿ ਤੁਹਾਡੀਆਂ ਲਾਇਬ੍ਰੇਰੀਜ਼ ਨੇਗੀਆਂ ਉਹਨਾਂ ਦੇ ਵਿੱਚ ਸੁਧਾਰ। ਨੈਕਸਟ ਹੈ ਐਜੂਕੇਸ਼ਨ ਟੈਕਨੋਲੋਜੀ, ਜਿਹਦੇ ਵਿੱਚ ਕੀ ਹੈ ਕਿ ਵਿੱਦਿਆ ਨੂੰ ਟੈਕਨੋਲੋਜੀ ਦੇ ਖੇਤਰ ਦੇ ਨਾਲ ਜੋੜਨਾ, ਜਿਸ ਦੇ ਨਾਲ ਸਮੇਂ ਅਤੇ ਹੋਰ ਚੀਜ਼ਾਂ ਦੀ ਜਿਹੜੀ ਬੱਚਤ ਹੈ ਉਸ ਹੋ ਸਕੇ। ਤਾਂ ਵਿੱਦਿਅਕ ਟੈਕਨੋਲੋਜੀ ਦੀ ਵਰਤੋਂ ਮਹੱਤਵਪੂਰਨ ਸੂਚਨਾ ਪ੍ਰਸਾਰ, ਅਧਿਆਪਕਾਂ ਦੀ ਟ੍ਰੇਨਿੰਗ, ਗਿਆਨ ਦਾ ਨਵੀਨੀਕਰਨ, ਗੁਣਾਤਮਕ ਸੁਧਾਰ ਆਦਿ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਨੈਕਸਟ ਹੈ ਕਾਰਜ ਅਨੁਭਵ। ਤਾਂ ਇਸ ਦੇ ਵਿੱਚ ਕੀ ਹੈ ਕਾਰਜ ਅਨੁਭਵ ਨੂੰ ਸਿੱਖਿਆ ਦਾ ਅਨਿੱਖੜਵਾਂ ਅੰਗ ਮੰਨਿਆ ਜਾਂਦਾ ਹੈ। ਤਾਂ ਇਹ ਕਾਰਜ ਅਨੁਭਵ ਦੁਆਰਾ ਹੀ ਬੱਚਿਆਂ ਦੀਆਂ ਰੁਚੀਆਂ, ਯੋਗਤਾਵਾਂ ਨੂੰ ਜਾਣਿਆ ਜਾ ਸਕਦਾ ਹੈ। ਨੈਕਸਟ ਹੈ ਇਨਵਾਇਰਮੈਂਟ ਐਂਡ ਐਜੂਕੇਸ਼ਨ। ਤਾਂ ਜਿਹੜੇ ਮਤਲਬ ਕਿ ਐਜੂਕੇਸ਼ਨ ਹੈ ਉਸ ਦੇ ਵਿੱਚ ਜਿਹੜਾ ਤੁਹਾਡਾ EVS ਦਾ ਜਿਹੜਾ ਸਬਜੈਕਟ ਸ਼ਾਮਿਲ ਕੀਤਾ ਜਾਂਦਾ ਹੈ ਉਹ ਇਸ ਲੋੜ ਨੂੰ ਮੁੱਖ ਰੱਖ ਕੇ ਕੀਤਾ ਜਾਂਦਾ ਹੈ ਤਾਂ ਕਿ ਤੁਸੀਂ ਵਾਤਾਵਰਨ ਪ੍ਰਤੀ ਜਾਗਰੂਕ ਹੋ ਸਕੋ। ਨੈਕਸਟ ਹੈ ਸਪੋਰਟਸ ਐਂਡ ਫਿਜ਼ੀਕਲ ਐਜੂਕੇਸ਼ਨ, ਜਿਹਦੇ ਵਿੱਚ ਤੁਹਾਨੂੰ ਜਿਹੜੀ ਸਰੀਰਕ ਸਿੱਖਿਆ, ਜਿਸ ਦੇ ਵਿੱਚ ਤੁਹਾਡਾ ਸਰੀਰ ਦਾ ਜਿਹੜਾ ਵਿਕਾਸ ਹੋ ਸਕੇ, ਉਸ ਤਰ੍ਹਾਂ ਦੀਆਂ ਖੇਡਾਂ ਨੇ ਜਿਹੜੀਆਂ ਸ਼ਾਮਿਲ ਕੀਤੀਆਂ ਨੇ। ਨੈਕਸਟ ਹੈ ਰੋਲ ਆਫ ਯੂਥ। ਯੂਥ ਦੀ ਮਤਲਬ ਕਿ ਇੱਕ ਮੇਨ ਭੂਮਿਕਾ ਰਹਿੰਦੀ ਹੈ ਦੇਸ਼ ਦੇ ਵਿਕਾਸ ਦੇ ਵਿੱਚ। ਤਾਂ ਇਸ ਲਈ ਜ਼ਰੂਰੀ ਹੈ ਕਿ ਨੌਜਵਾਨ ਵਰਗ ਰਾਸ਼ਟਰੀ ਅਤੇ ਸਮਾਜਿਕ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਣ। ਤਾਂ ਇਸ ਦੇ ਲਈ ਜਿਹੜੇ NSS ਕੈਂਪ ਜਾਂ NCC ਕੈਂਪ ਨੇ ਉਹ ਲਗਾਏ ਜਾਂਦੇ ਨੇ। ਨੈਕਸਟ ਹੈ ਜਿਹੜਾ ਤੁਹਾਡਾ ਇਵੈਲੂਏਸ਼ਨ ਪ੍ਰੋਸੈਸ ਹੈ ਐਂਡ ਐਗਜ਼ਾਮੀਨੇਸ਼ਨ ਰਿਫੋਰਮ ਹੈ, ਇਹਦੇ ਵਿੱਚ ਸੁਧਾਰ ਹੋਵੇ ਤਾਂ ਕਿ ਵਿਦਿਆਰਥੀ ਆਪਣੀ ਰੱਟਾ ਪ੍ਰਵਿਰਤੀ ਨੂੰ ਛੱਡ ਕੇ ਉਸ ਦਾ ਕੰਟੀਨਿਊ ਜਿਹੜਾ ਮੁਲਾਂਕਣ ਹੈ ਉਹ ਹੋਵੇ ਤਾਂ ਕਿ ਉਹ ਸਮੇਂ-ਸਮੇਂ 'ਤੇ ਆਪਣੇ ਵਿੱਚ ਆਉਣ ਵਾਲੀਆਂ ਕਮਜ਼ੋਰੀਆਂ ਨੂੰ ਦੂਰ ਕਰਦਾ ਰਹੇ। ਤਾਂ ਨੈਕਸਟ ਹੈ ਟੀਚਰ ਐਂਡ ਟੀਚਰ ਐਜੂਕੇਸ਼ਨ। ਤਾਂ ਅਧਿਆਪਕ ਸਮਾਜ ਦਾ ਆਇਨਾ ਹੈ। ਕਿਵੇਂ? ਟੀਚਰ ਕਹਿੰਦੇ ਮਿਰਰ ਆਫ ਦਾ ਸੋਸਾਇਟੀ। ਤਾਂ ਅਧਿਆਪਕ ਨੇ ਹੀ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਉਣਾ ਹੁੰਦਾ ਹੈ। ਤਾਂ ਕਹਿੰਦੇ ਵੀ ਕਿਹਾ ਗਿਆ ਕਿ ਸਰਕਾਰ ਜਾਂ ਸਮਾਜ ਨੂੰ ਅਜਿਹੀ ਸਥਿਤੀ ਪੈਦਾ ਕਰਨੀ ਚਾਹੀਦੀ ਹੈ ਜਿਸ ਵਿੱਚ ਅਧਿਆਪਕ ਨੂੰ ਰਚਨਾਤਮਕ ਅਤੇ ਸਿਰਜਣਾਤਮਕ ਕਿਰਿਆਵਾਂ ਲਈ ਪ੍ਰੇਰਿਆ ਜਾ ਸਕੇ। ਅਧਿਆਪਕ ਨੂੰ ਆਪਣੇ ਤਰੀਕੇ ਨਾਲ ਪੜ੍ਹਾਉਣ ਦੀ ਜਿਹੜੀ ਆਜ਼ਾਦੀ ਹੈ ਉਹ ਹੋਣੀ ਚਾਹੀਦੀ ਹੈ ਤਾਂ ਕਿ ਉਹ ਵਿਦਿਆਰਥੀ ਨੂੰ ਉਸ ਦੇ ਉਦੇਸ਼ਾਂ ਬਾਰੇ, ਉਸ ਨੇ ਸਮਾਜ ਦੇ ਵਿੱਚ ਕਿਵੇਂ ਰਹਿਣਾ ਜਾਂ ਚੰਗੇ ਨਾਗਰਿਕ ਕਿਵੇਂ ਬਣਨਾ ਤਾਂ ਉਸ ਤਰ੍ਹਾਂ ਦੀ ਜਿਹੜੀ ਸਿੱਖਿਆ ਉਹ ਦੇ ਸਕੇ। ਭਰਤੀ ਅਤੇ ਸੇਵਾਵਾਂ ਸ਼ਰਤਾਂ, ਜਿਹਦੇ ਵਿੱਚ ਕੀ ਹੈ ਕਿ ਜਿਹੜਿਆਂ ਦੀ ਵਧੀਆ ਜਿਹੜੀ ਕੁਆਲੀਫਿਕੇਸ਼ਨ ਹੈ ਉਸ ਦੇ ਆਧਾਰ 'ਤੇ ਹੀ ਅਧਿਆਪਕਾਂ ਦੀ ਜਿਹੜੀ ਭਰਤੀ ਹੋਵੇ। ਅਧਿਆਪਕ ਸੰਘ ਨੂੰ ਪੇਸ਼ੇਵਰ ਏਕਤਾ ਬਣਾਈ ਰੱਖਣੀ, ਅਧਿਆਪਕ ਦਾ ਰੁਤਬਾ ਵਧਾਉਣ ਅਤੇ ਪੇਸ਼ੇਵਰ ਦੁਰਵਿਹਾਰ ਨੂੰ ਮਤਲਬ ਕਿ ਦੂਰ ਕਰਨ ਦੇ ਲਈ ਇਹ ਜਿਹੜੇ ਮਤਲਬ ਕਿ ਯੂਨੀਅਨਸ ਨੇ ਕਿ ਉਹ ਬਣਾ ਲਏ ਜਾਂਦੇ ਨੇ। ਅਧਿਆਪਕ ਸਿੱਖਿਆ ਦਾ ਪੁਨਰੀਖਣ ਹੈ ਜਿਹੜਾ ਉਹ ਹੋਣਾ ਜ਼ਰੂਰੀ ਹੈ।
ਸਿਖਲਾਈ ਸੰਸਥਾਵਾਂ ਜਿਸ ਦੇ ਵਿੱਚ ਅਧਿਆਪਕਾਂ ਨੂੰ ਜਿਹੜੀ ਟ੍ਰੇਨਿੰਗ, ਜਿਵੇਂ ਕਿ ਡਾਈਟ ਦੀ ਸਥਾਪਨਾ ਕੀਤੀ ਜਾਵੇ, ਜਿਸ ਦੇ ਵਿੱਚ ਅਧਿਆਪਕ ਨੂੰ ਟ੍ਰੇਨਿੰਗ ਦੇ ਕੇ ਉਸ 'ਤੇ ਗਿਆਨ ਦਾ ਜਿਹੜਾ ਨਵੀਨੀਕਰਨ ਹੈ ਉਹ ਕੀਤਾ ਜਾ ਸਕੇ। ਫਿਰ ਉਸ ਤੋਂ ਅੱਗੇ ਹੈ ਰਾਸ਼ਟਰੀ ਅਧਿਆਪਕ ਸਿੱਖਿਆ ਪ੍ਰੀਸ਼ਦ। ਤਾਂ ਇਹ ਵੀ ਅਧਿਆਪਕ ਦੇ ਜਿਹੜਾ ਇੱਕ ਮਿਆਰ ਹੈ ਉਸ ਨੂੰ ਉੱਚਾ ਚੱਕਣ ਦੇ ਲਈ ਵਿਵਸਥਾ ਹੈ ਜਿਹੜੀ ਉਹ ਨੈਸ਼ਨਲ ਕੌਂਸਲ ਆਫ ਟੀਚਰ ਐਜੂਕੇਸ਼ਨ ਵੱਲੋਂ ਕੀਤੀ ਜਾਂਦੀ ਹੈ। ਤਾਂ ਅਧਿਆਪਨ ਸਿੱਖਿਆ ਪ੍ਰੀਸ਼ਦ ਟ੍ਰੇਨਿੰਗ ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿਚਾਲੇ ਅਧਿਆਪਕੀ ਸਿੱਖਿਆ ਦੇ ਗੁਣਾਤਮਕ ਸੁਧਾਰ ਲਈ ਵਿਆਪਕ ਪੱਧਰ 'ਤੇ ਨੈੱਟਵਰਕ ਹੈ ਜਿਹੜਾ ਉਹ ਸਥਾਪਿਤ ਕੀਤਾ ਜਾਂਦਾ ਹੈ। ਨੈਕਸਟ ਹੈ ਵੀ ਸਿੱਖਿਆ ਹੈ ਜਿਹੜੀ ਉਹ ਲੰਮੇ ਸਮੇਂ ਦੀ ਯੋਜਨਾ ਅਤੇ ਪ੍ਰਬੰਧਨ ਦ੍ਰਿਸ਼ਟੀਕੋਣ ਨੂੰ ਵਿਕਸਿਤ ਕਰਨਾ, ਇਸ ਨੂੰ ਰਾਸ਼ਟਰੀ ਵਿਕਾਸ ਦੇ ਮਨੁੱਖੀ ਲੋੜਾਂ ਦੇ ਨਾਲ ਜੋੜਨਾ। ਤਾਂ ਜਿਹੜਾ ਸਿੱਖਿਆ ਦਾ ਜਿਹੜਾ ਪ੍ਰਬੰਧ ਹੈ ਉਹ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜਿਸ ਦੇ ਵਿੱਚ ਕਿ ਜਿਹੜੀਆਂ ਸਰਕਾਰੀ ਏਜੰਸੀਜ਼ ਨੇਗੀਆਂ ਜੋ ਕਿ ਵਿੱਦਿਆ ਨੂੰ ਕੁਛ ਹੱਦ ਤੱਕ ਸੁਧਾਰ ਕਰਨ ਦੇ ਲਈ ਜਿਹੜੇ ਯਤਨ ਨੇ ਉਹ ਕਰ ਰਹੀਆਂ ਨੇ, ਤਾਂ ਉਹਨਾਂ ਨੂੰ ਮਤਲਬ ਕਿ ਵਿੱਦਿਆ ਦੇ ਸੁਧਾਰ ਦੇ ਲਈ ਪ੍ਰਬੰਧ ਕਰਨੇ। ਤਾਂ ਇਸ ਤੋਂ ਅੱਗੇ ਹੈਗਾ ਮੈਨੇਜਮੈਂਟ ਐਟ ਨੈਸ਼ਨਲ ਲੈਵਲ। ਤਾਂ ਮਤਲਬ ਕਿ ਰਾਸ਼ਟਰੀ ਪੱਧਰ 'ਤੇ ਜਿਹੜਾ ਪ੍ਰਬੰਧ ਹੈ ਇਸ ਦੇ ਲਈ ਵੱਖ-ਵੱਖ ਜਿਹੜੀਆਂ ਕਮੇਟੀਆਂ ਅਤੇ ਹੋਰ ਮਸ਼ੀਨਰੀ ਹੱਥਾਂ ਨਾਲ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੀਦਾ ਕਿ ਵੱਖ-ਵੱਖ ਜਿਹੜੇ ਮਾਨਵੀ ਵਸੀਲਿਆਂ ਦੁਆਰਾ ਵਿਆਪਕ ਸਹਿਯੋਗ ਹੈ ਜਿਹੜਾ ਉਹ ਸਿੱਖਿਆ ਨੂੰ ਵਧਾਉਣ ਦੇ ਲਈ ਦਿੱਤਾ ਜਾ ਸਕੇ। ਰਾਜ ਪੱਧਰ 'ਤੇ ਵੀ ਇਹ ਕੰਮ ਹੈ ਜਿਹੜਾ ਉਹ ਰਾਜ ਸਰਕਾਰਾਂ ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਦੀ ਸਹਾਇਤਾ ਦੇ ਨਾਲ ਕਰਦੀਆਂ ਨੇ। ਜ਼ਿਲ੍ਹਾ ਅਤੇ ਸਥਾਨਕ ਪ੍ਰਬੰਧ 'ਤੇ ਪੱਧਰ ਮਤਲਬ ਕਿ ਵਿੱਦਿਆ ਦਾ ਮਿਆਰ ਉੱਚਾ ਚੱਕਣ ਦੇ ਲਈ ਜਿਹੜੀਆਂ ਸਥਾਨਕ ਜਿਹੜੀਆਂ ਸੰਸਥਾਵਾਂ ਨੇ ਜਿਹਦੇ ਵਿੱਚ ਕਿ ਸਾਡੇ ਪਿੰਡ ਲੈਵਲ 'ਤੇ ਸਾਡੀਆਂ ਪੰਚਾਇਤਾਂ ਆ ਜਾਂਦੀਆਂ ਨੇ, ਇਹ ਮਤਲਬ ਕਿ ਹਾਇਰ ਸੈਕੰਡਰੀ ਪੱਧਰ ਸਿੱਖਿਆ ਦੇ ਪ੍ਰਬੰਧ ਲਈ ਜ਼ਿਲ੍ਹਾ ਸਿੱਖਿਆ ਅਫਸਰਾਂ ਦੀ ਸਥਾਪਨਾ ਕੀਤੀ ਜਾਵੇ ਅਤੇ ਰਾਜ ਸਰਕਾਰ ਇਸ ਵੱਲ ਵਿਸ਼ੇਸ਼ ਧਿਆਨ ਦੇ ਕੇ ਬਣਦੀਆਂ ਕਾਰਵਾਈਆਂ ਕਰਨ ਅਤੇ ਨਾਲ ਦੀ ਨਾਲ ਸਥਾਨਕ ਸਰਕਾਰਾਂ ਵੀ ਇਸ ਵੱਲ ਵਿਸ਼ੇਸ਼ ਧਿਆਨ ਦੇਣ। ਇੱਛਕ ਏਜੰਸੀਆਂ ਜੋ ਕਿ ਵਿੱਦਿਆ ਦਾ ਸੁਧਾਰ ਕਰਨਾ ਚਾਹੁੰਦੀਆਂ ਨੇ ਉਹ ਵੀ ਇਸ ਦੇ ਵਿੱਚ ਆਪਣਾ ਹਿੱਸਾ ਪਾ ਸਕਦੀਆਂ ਨੇ। ਨੈਕਸਟ ਹੈ ਸਾਧਨ ਅਤੇ ਜਿਹੜਾ ਪੁਨਰਰੇਖਣ। ਤਾਂ ਇਹ ਜਿਹੜਾ ਕੋਠਾਰੀ ਕਮਿਸ਼ਨ ਸੀ ਉਸ ਦੀ 1964 ਤੇ ਤੋਂ ਲੈ ਕੇ 1966 ਦੀ ਕਮਿਸ਼ਨ ਸੀਗਾ ਰਾਸ਼ਟਰੀ ਸਿੱਖਿਆ ਨੀਤੀ। ਤਾਂ ਇਸ ਤੋਂ ਬਾਅਦ ਜਿਹੜਾ 1968 ਫਿਰ 1986 ਹੈ ਜਿਹੜੀ ਇਹ ਸਿੱਖਿਆ ਨੀਤੀ ਲਾਗੂ ਹੋਈ। ਤਾਂ ਇਸ ਦੇ ਵਿੱਚ ਨੀਤੀ ਵਿੱਚ ਇਸ ਸੰਬੰਧੀ ਹੇਠ ਲਿਖੀਆਂ ਜਿਹੜੀਆਂ ਵਿਵਸਥਾਵਾਂ ਨੇ ਉਹ ਕੀਤੀਆਂ ਨੇ। ਰਾਸ਼ਟਰੀ ਆਮਦਨ ਦਾ ਹਿੱਸਾ ਸਿੱਖਿਆ ਨੀਤੀ ਜਿਹੜੀ 1986 ਹੈ ਉਹ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਰਾਸ਼ਟਰੀ ਆਮਦਨ ਦੇ 6% ਖਰਚ ਤੱਕ ਪਹੁੰਚਣ ਲਈ ਸਿੱਖਿਆ ਉੱਤੇ ਖਰਚੀ ਜਾਣ ਵਾਲੀ ਰਾਸ਼ੀ ਹੌਲੀ ਹੌਲੀ ਵਾਧਾ ਕੀਤਾ ਜਾਵੇ ਤਾਂ ਕਿ ਸਿੱਖਿਆ ਦੀ ਇਸ ਰਾਸ਼ੀ ਦੇ ਵਿੱਚ ਵਾਧਾ ਹੋਣ ਨਾਲ ਸਿੱਖਿਆ ਦਾ ਜਿਹੜਾ ਸੁਧਾਰ ਹੈ ਉਹ ਕੀਤਾ ਜਾ ਸਕੇ। ਤਾਂ ਕੇਂਦਰੀ ਸਰਕਾਰ ਦੇ ਯੋਗਦਾਨ ਤੋਂ ਇਲਾਵਾ ਇਸ ਦੇ ਵਿਕਾਸ ਲਈ ਖਾਸ ਚੰਦੇ ਆਦਿ ਨੂੰ ਮਤਲਬ ਕਿ ਪ੍ਰੋਤਸਾਹਿਤ ਕਰਨਾ, ਅਨੇਕਾਂ ਤਰ੍ਹਾਂ ਦੀ ਜਿਹੜੀ ਹੈਲਪ ਹੈ ਉਹ ਇਸ ਨੂੰ ਮਤਲਬ ਕਿ ਦੇਣੀ ਤਾਂ ਕਿ ਸਿੱਖਿਆ ਦੇ ਮਿਆਰ ਨੂੰ ਉੱਚਾ ਚੱਕਿਆ ਜਾ ਸਕੇ। ਤਾਂ ਨੈਸ਼ਨਲ ਐਜੂਕੇਸ਼ਨ ਕਮਿਸ਼ਨ ਦਾ ਅੱਗੇ ਹੈਗਾ ਰਿਵਿਊ। ਤਾਂ ਇਸ ਨੀਤੀ ਦੇ ਲਾਗੂ ਹੋਣ ਤੋਂ ਬਾਅਦ ਸਾਰੇ ਮਤਲਬ ਕਿ ਪੱਖਾਂ ਦਾ ਹਰੇਕ 5 ਸਾਲਾਂ ਬਾਅਦ ਪੁਨਰਰੇਖਣ ਜ਼ਰੂਰ ਕੀਤਾ ਜਾ ਸਕੇ ਤਾਂ ਕਿ ਦੇਖਿਆ ਜਾ ਸਕੇ ਕਿ ਇਸ ਨੀਤੀ ਦੇ ਨਾਲ ਸਿੱਖਿਆ ਦੇ ਵਿੱਚ ਜਿਹੜਾ ਕੀ ਇੰਪਰੂਵਮੈਂਟ ਆਇਆ। ਤਾਂ ਅੱਗੇ ਆਪਾਂ ਕਰਦੇ ਹਾਂ ਕਿ ਇਸ ਦਾ ਫਿਊਚਰ ਕੀ ਹੈ। ਮੌਜੂਦਾ ਸਮੇਂ ਵਿੱਚ ਭਾਰਤੀ ਸਿੱਖਿਆ ਦੀ ਸਪਸ਼ਟ ਤਸਵੀਰ ਨਿਰਧਾਰਿਤ ਕਰਨਾ ਆਪਣੇ ਆਪ ਵਿੱਚ ਔਖਾ ਕੰਮ ਹੈ, ਪਰ ਫਿਰ ਵੀ ਇਸ ਗੱਲ 'ਤੇ ਵਿਚਾਰ ਕੀਤਾ ਜਾਂਦਾ ਹੈ ਕਿ ਸਿੱਖਿਆ ਦੀ ਭਵਿੱਖ ਤਸਵੀਰਾਂ ਜਟਿਲਤਾਵਾਂ ਦੇ ਰਹਿੰਦੇ ਹੋਏ ਬੌਧਿਕ ਅਤੇ ਅਧਿਆਤਮਕ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਤਾਂ ਇਸ ਤਰ੍ਹਾਂ ਸਿੱਖਿਆ ਦੇ ਆਧਾਰ ਨੂੰ ਮਜ਼ਬੂਤ ਬਣਾਉਣ ਦੇ ਲਈ ਇਹ ਰਾਸ਼ਟਰੀ ਮਤਲਬ ਕਿ ਨੈਸ਼ਨਲ ਪਾਲਿਸੀ ਆਫ ਐਜੂਕੇਸ਼ਨ 1986 ਹੈ। ਤਾਂ ਇਸ ਨੇ ਵਿਸ਼ੇਸ਼ ਯਤਨ ਨੇ ਜਿਹੜੇ ਉਹ ਕੀਤੇ ਨੇ। ਤਾਂ ਇਸ ਨਾਲ ਸਾਡੀ ਸੱਭਿਆਚਾਰਕ ਏਕਤਾ ਵੀ ਜਿਹੜੀ ਮਜ਼ਬੂਤ ਹੋਈ ਹੈ। ਤਾਂ ਹੁਣ ਇਹ ਸੰਭਵ ਹੋਣਾ ਚਾਹੀਦਾ ਕਿ ਸਿੱਖਿਆ ਦੁਆਰਾ ਮਨੁੱਖੀ ਵਸੀਲਿਆਂ ਦਾ ਰਾਸ਼ਟਰੀ ਪੱਧਰ 'ਤੇ ਵਿਕਾਸ ਕੀਤਾ ਜਾ ਸਕੇ। ਤਾਂ ਇਹ ਜਿਹੜੀ 1986 ਜਿਹੜੀ ਨੈਸ਼ਨਲ ਆਪਣੀ ਪਾਲਿਸੀ ਆਫ ਐਜੂਕੇਸ਼ਨ ਹੈ ਤਾਂ ਇਸ ਨੇ ਸਿੱਖਿਆ ਦੇ ਵਿੱਚ ਬਹੁਤ ਸਾਰੇ ਸੁਧਾਰ ਨੇ ਜਿਹੜੇ ਉਹ ਕੀਤੇ ਨੇ। ਤਾਂ ਫਿਰ ਵੀ ਆਪਾਂ ਇਸ ਦੇ ਕੁਝ ਗੁਣ ਅਤੇ ਜਿਹੜੇ ਔਗਣ ਕਰਾਂਗੇ, ਮਤਲਬ ਕਿ ਕਿਹੜੀਆਂ ਇਸ ਦੇ ਵਿੱਚ ਇਸ ਦੇ ਐਡਵਾਂਟੇਜ ਅਤੇ ਕੁਝ ਮਤਲਬ ਕਿ ਡਿਸਐਡਵਾਂਟੇਜ ਨੇਗੇ। ਤਾਂ ਸਭ ਤੋਂ ਪਹਿਲਾਂ ਆਪਾਂ ਕਰਦੇ ਹਾਂ ਇਸ ਦੇ ਗੁਣ ਕੀ ਨੇ, ਮੈਰਿਟਸ ਕੀ ਨੇ। ਤਾਂ ਰਾਸ਼ਟਰੀ ਸਿੱਖਿਆ ਪ੍ਰਣਾਲੀ ਦੇ ਵਿੱਚ ਜਿਹੜਾ 10+2+3 ਵਾਲੇ ਜਿਹੜਾ ਉਹ ਨੀਤੀ ਹੈ ਉਹ ਲਾਗੂ ਹੋਈ। ਮੂਲ ਕੀਮਤਾਂ ਕਦਰਾਂ ਕੀਮਤਾਂ ਦੇ ਆਧਾਰ ਹੈ, ਪੂਰੀ ਤਰ੍ਹਾਂ ਮਨੁੱਖ ਦੇ ਨਾਲ ਸੰਬੰਧਿਤ ਹੈ। ਘੱਟੋ ਘੱਟ ਸਿੱਖਣ ਦਾ ਪੱਧਰ ਹੈ ਜਿਸ ਦੇ ਨਾਲ ਵਿਦਿਆਰਥੀ ਦਾ ਜਿਹੜਾ ਮਾਨਸਿਕ ਬੌਧਿਕ ਮਤਲਬ ਕਿ ਉਸ ਦਾ ਹਰ ਇੱਕ ਪੱਖ ਤੋਂ ਜਿਹੜਾ ਵਿਕਾਸ ਹੈ ਉਹ ਹੋਇਆ ਹੈ। ਤਾਂ ਉਸ ਤੋਂ ਇਲਾਵਾ ਇਸ ਦਾ ਜਿਹੜਾ ਟਾਰਗੇਟ ਹੈ ਉਹ ਵੀ ਕਲੀਅਰ ਹੈ ਕਿ ਵਿਦਿਆਰਥੀ ਨੇ ਆਪਣੀ ਸਿੱਖਿਆ ਦੌਰਾਨ ਕਿਹੋ ਜਿਹੇ ਉਦੇਸ਼ਾਂ ਨੂੰ ਪ੍ਰਾਪਤ ਕਰਨਾ ਹੈ। ਡੀਸੈਂਟਰਲਾਈਜੇਸ਼ਨ ਕੀ ਹੈ, ਜਿਸ ਦੇ ਵਿੱਚ ਕੀ ਹੈ ਵੀ ਸੈਂਟਰ ਸਰਕਾਰ ਦੀ ਨੀਤੀ ਤੋਂ ਇਲਾਵਾ ਸਥਾਨਕ ਪੱਧਰ 'ਤੇ ਵੀ ਜਿਹੜੀਆਂ ਸਿੱਖਿਆ ਨੂੰ ਉੱਚ ਚੱਕਣ ਦੇ ਲਈ ਕੋਸ਼ਿਸ਼ਾਂ ਕੀਤੀਆਂ ਜਾ ਸਕਦੀਆਂ ਨੇ।
ਉਸ ਤੋਂ ਅੱਗੇ ਸਵੈ ਰੁਜ਼ਗਾਰ ਦੇ ਜਿਹੜੇ ਮੌਕੇ ਨੇ ਅਜਿਹੀ ਸਿੱਖਿਆ, ਉਸ ਤੋਂ ਬਾਅਦ ਵੋਕੇਸ਼ਨਲ ਐਜੂਕੇਸ਼ਨ ਸ਼ਾਮਲ ਕੀਤੀ ਗਈ। ਤਾਂ ਸਮਾਨਤਾ ਦੇ ਆਧਾਰ 'ਤੇ ਹਰ ਇੱਕ ਵਿਦਿਆਰਥੀ ਨੂੰ ਸਿੱਖਿਆ ਦਿੱਤੀ ਗਈ, ਸਿੱਖਿਆ ਦਾ ਮਿਆਰ ਉੱਚਾ ਚੱਕਿਆ ਗਿਆ। ਇਸਤਰੀ ਨੂੰ ਸਿੱਖਿਆ ਦੇ ਲਈ ਜਿਹੜੇ ਵਿਸ਼ੇਸ਼ ਕਦਮ ਨੇ ਉਹ ਚੁੱਕੇ ਗਏ। ਓਪਨ ਯੂਨੀਵਰਸਿਟੀਆਂ ਦੀ ਸਥਾਪਨਾ ਕੀਤੀ ਗਈ, ਜਿਸ ਦੇ ਵਿੱਚ ਕੀ ਹੈ ਜੋ ਮਤਲਬ ਕਿ ਪਾਰਟ ਟਾਈਮ ਜੋ ਸਿੱਖਿਆ ਪ੍ਰਾਪਤ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵਿਸ਼ੇਸ਼ ਇਸ ਦੇ ਵਿੱਚ ਪ੍ਰਬੰਧ ਕੀਤਾ ਗਿਆ। ਦੂਰਵਰਤੀ ਸਿੱਖਿਆ, ਸਵੈ ਅਧਿਐਨ ਜਾਂ ਉਹ ਜਦੋਂ ਵੀ ਮਤਲਬ ਕਿ ਸਵੈ ਅਧਿਐਨ ਦੇ ਪੱਤਰ ਵਿਹਾਰ ਦੀ ਸਿੱਖਿਆ, ਸ਼ਾਮ ਦੀਆਂ ਜਮਾਤਾਂ, ਤਾਂ ਇਸ ਤਰ੍ਹਾਂ ਦੀ ਸਿੱਖਿਆ ਓਪਨ ਯੂਨੀਵਰਸਿਟੀ ਰਾਹੀਂ ਪ੍ਰੋਵਾਈਡ ਕਰਵਾਈ ਗਈ। ਨਵੋਦਿਆ ਸਕੂਲਾਂ ਦੇ ਵਿੱਚ ਕਿ ਪੇਂਡੂ ਖੇਤਰਾਂ ਵਿੱਚ ਪੜ੍ਹਨਯੋਗ ਜਿਹੜੇ ਬੱਚੇ ਨੇ, ਵਧੀਆ ਮੈਰਿਟ ਦੇ ਵਿੱਚ ਆਉਣ ਵਾਲੇ ਬੱਚੇ ਨੇ, ਤਾਂ ਉਹਨਾਂ ਲਈ ਨਵੋਦਿਆ ਸਕੂਲਾਂ ਦੀ ਜਿਹੜੀ ਵਿਵਸਥਾ ਕੀਤੀ ਗਈ। ਤਾਂ ਅਧਿਆਪਕਾਂ ਦੇ ਲਈ ਵਿਸ਼ੇਸ਼ ਜਿਹੜਾ ਟ੍ਰੇਨਿੰਗ ਦਾ ਪ੍ਰਬੰਧ ਆ ਉਹ ਕੀਤਾ ਗਿਆ। ਤਾਂ ਇਸ ਦੀਆਂ ਕੁਝ ਲਿਮਿਟੇਸ਼ਨਸ ਨੇ, ਜਿਹਦੇ ਵਿੱਚ ਹੈ ਗੁਆਂਢ ਸਕੂਲ ਸੰਕਲਪ ਨੂੰ ਨਜ਼ਰਅੰਦਾਜ਼। ਗੁਆਂਢ ਸਕੂਲ ਸੰਕਲਪ ਨੂੰ ਕੀ ਹੈ ਕਿ ਜਿਸ ਦੀ ਕੋਠਾਰੀ ਕਮਿਸ਼ਨ ਨੇ ਪੂਰਵ ਵਕਾਲਤ ਕੀਤੀ ਹੈ ਅਤੇ ਵਰਣਨਯੋਗ ਹੈ ਕਿ ਉਹ ਕੋਠਾਰੀ ਕਮਿਸ਼ਨ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਜਿਹੜੇ ਮਤਲਬ ਕਿ ਗਰੀਬ ਅਤੇ ਅਮੀਰ ਦੇ ਅੰਤਰ ਨੂੰ ਖਤਮ ਕਰਨ ਲਈ ਅਜਿਹੇ ਸਕੂਲਾਂ ਦੀ ਸਥਾਪਨਾ ਕੀਤੀ ਜਾਵੇ, ਪਰ ਕੌਮੀ ਸਿੱਖਿਆ ਨੀਤੀ ਨੇ ਇਸ ਬਾਰੇ ਕਹਿੰਦੇ ਕੋਈ ਚਰਚਾ ਨਹੀਂ ਕੀਤੀ। ਬੇਸਿਕ ਸਿੱਖਿਆ ਦੇ ਲਈ ਕੋਈ ਸਥਾਨ ਨਹੀਂ ਹੈ, ਹਾਲਾਂਕਿ ਰਾਸ਼ਟਰੀ ਆਜ਼ਾਦੀ ਦੇ ਸੰਘਰਸ਼ ਵਿੱਚ ਮਤਲਬ ਇਸ ਦੀ ਅਹਿਮ ਭੂਮਿਕਾ ਸੀ। ਨਿਗਰਾਨੀ ਦਾ ਨਾ ਹੋਣਾ, ਤਾਂ ਇਸ ਦੇ ਵਿੱਚ ਵਿਸ਼ੇਸ਼ ਮਤਲਬ ਕਿ ਕੋਈ ਸੁਪਰਵਾਈਜ਼ਨ ਦੀ ਜਿਹੜੀ ਵਿਵਸਥਾ ਹੈ ਉਹ ਨਹੀਂ ਕੀਤੀ ਗਈ। ਅਧਿਆਪਨ ਅਤੇ ਸਾਜੋ ਸਮਾਨ ਵੱਲ ਜਿਹੜਾ ਵਿਸ਼ੇਸ਼ ਧਿਆਨ ਹੈ ਉਹ ਨਹੀਂ ਦਿੱਤਾ ਗਿਆ। ਸਮਾਂਬੱਧ ਨਹੀਂ ਹੈ, ਤਾਂ ਕੌਮੀ ਸਿੱਖਿਆ ਨੀਤੀ ਦੇ ਵਿੱਚ ਉਦੇਸ਼ਾਂ ਦੀ ਪ੍ਰਾਪਤੀ ਦੀ ਗੱਲ ਕੀਤੀ ਗਈ, ਤਾਂ ਉਸ ਨੂੰ ਸਮਾਂਬੱਧ ਨਹੀਂ ਕੀਤਾ ਗਿਆ। ਅਧਿਕਾਰੀਆਂ ਦੀ ਬਹੁਤ ਸੰਖਿਆ, ਜਿਸ ਦੇ ਵਿੱਚ ਅਨੇਕਾਂ ਤਰ੍ਹਾਂ ਦੇ ਅਧਿਕਾਰੀ, ਰਾਜ ਸਿੱਖਿਆ ਸਲਾਹਕਾਰ ਬੋਰਡ, ਜ਼ਿਲ੍ਹਾ ਸਿੱਖਿਆ ਸਿਖਲਾਈ ਸੰਸਥਾਵਾਂ, ਜ਼ਿਲ੍ਹਾ ਸਿੱਖਿਆ ਬੋਰਡ ਦੀ ਸਥਾਪਨਾ ਕੀਤੀ ਜਾਵੇ। ਇਹਨਾਂ ਸਾਰੇ ਵਿਭਾਗਾਂ ਦਾ ਕੋਈ ਪ੍ਰਭਾਵਿਕ ਉਦੇਸ਼ ਨਹੀਂ ਸੀ। ਇਸ ਦੇ ਨਾਲ ਜਿਹੜੀ ਅਧਿਆਪਕਾਂ ਦੇ ਮਤਲਬ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੀ ਸੰਖਿਆ ਦੇ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਸੀਗਾ। ਤਾਂ ਇਸ ਤਰ੍ਹਾਂ ਇਸ 1986 ਦੀ ਜਿਹੜੀ ਮਤਲਬ ਕਿ ਪ੍ਰੋਗਰਾਮ ਆਫ ਐਕਸ਼ਨ 1986 POA, ਕੁਝ ਕੁ ਜਿਹੜੇ ਪ੍ਰੋਗਰਾਮ ਸੀਗੇ ਇਸ ਯੋਜਨਾ ਦੇ ਉਹ ਤੁਸੀਂ ਪੜ੍ਹਨੇ ਨੇਗੇ। ਅਤੇ ਉਸ ਤੋਂ ਆਪਾਂ ਅੱਗੇ ਕਰਾਂਗੇ 1992 ਦੇ ਵਿੱਚ ਰਿਵਾਈਜ਼ਡ ਜਿਹੜੀ ਐਜੂਕੇਸ਼ਨ ਪਾਲਿਸੀ ਆਈ ਸੀ ਕਿ ਉਹਦੇ ਵਿੱਚ ਕਿਹੜੇ ਸੁਧਾਰਾਂ ਦੇ ਨਾਲ ਕੀ ਉਸਦੇ ਵਿੱਚ ਜਿਹੜਾ ਸ਼ਾਮਲ ਹੈ ਉਹ ਕੀਤਾ ਗਿਆ। ਥੈਂਕ ਯੂ।